ਹੈਲੋ ਸਟੂਡੈਂਟਸ, ਮੈਂ ਇਸ ਵੀਡੀਓ ਦੇ ਦੁਆਰਾ ਕੋਸ਼ਿਸ਼ ਕਰ ਰਿਹਾ ਤੁਹਾਨੂੰ ਇਵੈਲੂਏਸ਼ਨ ਪੈਟਰਨ ਬਾਰੇ ਸਮਝਾਉਣ ਦੀ। ਜੀ ਹੈ ਕੀ ਗੱਲ, ਜਿਹੜੇ ਤੁਹਾਡੇ ਐਗਜ਼ਾਮਸ ਨੇ, ਚਾਹੇ ਤੁਸੀਂ BA ਕਰ ਰਹੇ ਹੋ ਜਾਂ BCA ਕਰ ਰਹੇ ਹੋ ਜਾਂ BCom ਕਰ ਰਹੇ ਹੋ ਜਾਂ MBA ਕਰ ਰਹੇ ਹੋ ਜਾਂ MCA ਕਰ ਰਹੇ ਹੋ, ਤੁਹਾਡੇ ਜਿਹੜੇ ਐਗਜ਼ਾਮਸ ਨੇ ਉਹਦੇ ਵਿੱਚ ਤਿੰਨ ਪੇਪਰਾਂ ਦੇ ਵਿੱਚ ਤਿੰਨ ਕਿਸਮ ਦੇ ਕੰਪੋਨੈਂਟਸ ਨੇ। ਇੱਕ ਹੁੰਦਾ ਹੈ ਥਿਊਰੀ ਦਾ ਐਗਜ਼ਾਮ, ਇੱਕ ਹੁੰਦਾ ਹੈ ਪ੍ਰੈਕਟੀਕਲ ਐਗਜ਼ਾਮ, ਇੱਕ ਹੁੰਦਾ ਹੈ ਕੰਟੀਨਿਊਸ ਅਸੈਸਮੈਂਟ, ਜਿਹਨੂੰ ਆਪਾਂ ਸ਼ਾਰਟ CA ਕਹਿ ਦਈਏ। ਜਿਵੇਂ ਕੰਟੀਨਿਊਸ ਅਸੈਸਮੈਂਟ CA, ਤੁਹਾਨੂੰ ਅਸਾਈਨਮੈਂਟਾਂ ਆਉਂਦੀਆਂ ਨੇ, ਤੁਸੀਂ ਸਬਮਿਟ ਕਰਦੇ ਹੋ ਤਿਆਰ ਕਰਕੇ, ਉਹਦੇ 'ਚੋਂ ਤੁਹਾਡੇ ਮਾਰਕਸ ਲੱਗਣੇ ਆ, ਫਾਈਨਲ 'ਚ ਜੁੜਨੇ ਆ। ਥਿਊਰੀ ਦਾ ਪੇਪਰ ਤੁਹਾਡਾ ਯੂਨੀਵਰਸਿਟੀ ਵੱਲੋਂ ਲਿਆ ਜਾਣਾ ਆ, ਉਹਦੇ ਮਾਰਕਸ ਤੁਹਾਡੇ ਫਾਈਨਲ ਜੁੜਨੇ ਆ। ਪ੍ਰੈਕਟੀਕਲ, ਜੇ ਸਬਜੈਕਟ ਦਾ ਪ੍ਰੈਕਟੀਕਲ ਹੈ ਤਾਂ ਪ੍ਰੈਕਟੀਕਲ ਪੇਪਰ ਲਿਆ ਜਾਊਗਾ, ਉਹਦੇ ਵੀ ਮਾਰਕਸ ਜੁੜਨੇ ਆ। ਤੋ ਤਿੰਨ ਕਿਸਮ ਦੀਆਂ ਕੰਪੋਨੈਂਟਸ ਨੇ ਐਗਜ਼ਾਮੀਨੇਸ਼ਨਸ 'ਚ। ਜਿਵੇਂ ਮੈਂ ਤੁਹਾਨੂੰ ਨੈਕਸਟ ਫਾਰ ਐਗਜ਼ਾਮਪਲ ਮੈਂ ਇੱਕ ਜਿਹੜਾ ਹੁਣ ਕੋਰਸ ਦਿਖਾ ਰਿਹਾ, ਇਹਦੇ ਵਿੱਚ ਕੀ ਹੈ, ਸੌਫਟਵੇਅਰ ਇੰਜੀਨੀਅਰਿੰਗ ਐਂਡ ਪ੍ਰੈਕਟਿਸਿਸ, ਇਹ ਸਬਜੈਕਟ ਦਾ ਨਾਮ ਹੈ। ਇਹ ਸਬਜੈਕਟ ਦੇ ਵਿੱਚ ਨਾਲ ਲਿਖਿਆ ਨਾ ਥਿਊਰੀ ਐਂਡ CA, ਇਹਦਾ ਮਤਲਬ ਇਹ ਹੈ ਕਿ ਇਸ ਸਬਜੈਕਟ ਦੇ ਵਿੱਚ ਥਿਊਰੀ ਵੀ ਹੈ ਅਤੇ ਅਸੈਸਮੈਂਟ ਵੀ ਹੈ। ਤਾਂ ਇਹ MCA ਦੇ ਸਮੈਸਟਰ 1 ਦਾ ਮੈਂ ਐਗਜ਼ਾਮਪਲ ਕੱਢੀ ਹੋਈ ਹੈ। ਐਵੇਂ ਹਰ ਇੱਕ ਸਬਜੈਕਟ ਦੇ ਨਾਲ ਯੂਨੀਵਰਸਿਟੀ ਵੱਲੋਂ ਜਿੱਥੇ ਪ੍ਰੋਗਰਾਮ ਗਾਈਡ ਲਿਖੀ ਹੋਈ ਹੈ, ਉੱਥੇ ਨਾਲ ਲਿਖਿਆ ਹੋਊਗਾ ਕਿ ਇਹਦੇ ਵਿੱਚ ਕੰਪੋਨੈਂਟ ਕਿਹੜੇ ਕਿਹੜੇ ਨੇ। ਜਿਵੇਂ ਕਿ ਨੈਕਸਟ ਸਬਜੈਕਟ ਮੈਂ ਦਿਖਾਉਂਦਾ, ਇਹਦੇ ਵਿੱਚ ਕੀ ਹੈਗਾ, ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ। ਇਹਦੇ ਵਿੱਚ ਦੋ ਕੰਪੋਨੈਂਟ ਨੇ, ਤਿੰਨ ਕੰਪੋਨੈਂਟ ਨੇ, ਪ੍ਰੈਕਟੀਕਲ ਵੀ ਹੈ, ਥਿਊਰੀ ਵੀ ਹੈ ਅਤੇ CA ਵੀ ਹੈ। ਇਸ ਤਰ੍ਹਾਂ ਮੈਂ ਹੋਰ ਜਿਹਦੇ ਵਿੱਚ ਇਕੱਲਾ ਹੀ ਪ੍ਰੈਕਟੀਕਲ ਹੈ ਨਾ, ਪ੍ਰੈਕਟੀਕਲ ਐਂਡ CA ਦੋ ਚੀਜ਼ਾਂ ਨੇ। ਤੋ ਪ੍ਰੈਕਟੀਕਲ ਹੋਊਗਾ ਅਤੇ ਨਾਲੇ CA ਹੋਊਗੀ, ਥਿਊਰੀ ਨਹੀਂ ਹੈ। ਇੱਕ ਜਿਹਦੇ ਵਿੱਚ ਇਕੱਲਾ ਹੀ ਪ੍ਰੈਕਟੀਕਲ ਹੈ, ਜਿਵੇਂ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟ ਹੈ, ਇਹਦੇ ਵਿੱਚ ਕੀ ਹੈ, ਇੱਥੇ ਵਿਜ਼ੀਬਲ ਨਹੀਂ ਹੈ, ਲੇਕਿਨ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਵਿੱਚ CA ਵੀ 0 ਹੈ ਅਤੇ ਥਿਊਰੀ ਵੀ 0 ਹੈ। ਇਹਦੇ ਜਿਹੜਾ ਪ੍ਰੈਕਟੀਕਲ ਹੈ ਉਹੀ 100 ਮਾਰਕਸ ਦਾ ਆ। ਤੋ ਕੋਈ ਸਬਜੈਕਟ ਇਹ ਹੈ ਜਿਹਦੇ 'ਚ ਇਕੱਲਾ ਹੀ ਪ੍ਰੋਜੈਕਟ ਹੈ, ਨਾ ਇਕੱਲਾ ਹੀ ਪ੍ਰੋਜੈਕਟ ਹੈ। ਕੋਈ ਸਬਜੈਕਟ ਉਹ ਹੈ ਜਿਹਦੇ ਵਿੱਚ ਜਸਟ ਵੇਟ, ਕੋਈ ਸਬਜੈਕਟ ਉਹ ਹੈ ਜਿਹਦੇ ਵਿੱਚ ਜਿਵੇਂ ਸੀ, ਜਿਹਦੇ ਵਿੱਚ ਥਿਊਰੀ ਵੀ ਹੈ ਅਤੇ ਅਸੈਸਮੈਂਟ ਵੀ ਹੈ। ਕੋਈ ਸਬਜੈਕਟ ਉਹ ਹੈ ਜਿਹਦੇ 'ਚ ਤਿੰਨ ਕੰਪੋਨੈਂਟ ਨੇ, ਥਿਊਰੀ, ਪ੍ਰੈਕਟੀਕਲ ਐਂਡ ਅਸੈਸਮੈਂਟ। ਤੋ ਤੁਹਾਡੇ ਜਿਹੜੇ ਸਬਜੈਕਟ ਨੇ ਉਹ ਕਿਸ ਟਾਈਪ ਦਾ ਹੈ, ਤੁਸੀਂ ਆਪਣੀ ਪ੍ਰੋਗਰਾਮ ਗਾਈਡ 'ਚੋਂ ਜ਼ਰੂਰ ਚੈੱਕ ਕਰ ਲਈਓ। ਹੁਣ ਜਿਹੜੇ ਸਬਜੈਕਟਾਂ ਦੇ ਵਿੱਚ ਥਿਊਰੀ ਐਂਡ ਅਸੈਸਮੈਂਟ ਹੈ, ਉਹਨਾਂ ਸਬਜੈਕਟਾਂ ਦੀ ਜਿਹੜੀ ਵੇਟੇਜ ਆਫ ਮਾਰਕਸ ਆ ਉਹ ਕੀ ਹੈ। ਸਿੰਪਲੀ ਆਪ ਯਾਦ ਰੱਖੋ ਕਿ ਕਲਾਸ ਅਸੈਸਮੈਂਟ ਜਾਂ ਅਸਾਈਨਮੈਂਟਾਂ ਜਾਂ CA ਉਹ ਪੱਕਾ ਹੈ ਕਿ 30 ਨੰਬਰਾਂ ਦੀ ਹੈ, ਜਿੱਥੇ ਹੈਗੀ ਹੈ 30 ਨੰਬਰਾਂ ਦੀ ਹੈ। ਅਸੈਸਮੈਂਟ 30 ਨੰਬਰ ਦੀ ਹੈ ਅਤੇ ਬਾਕੀ ਰਹਿ ਗਈ ਥਿਊਰੀ, ਉਹ 70 ਦੀ ਰਹਿ ਗਈ। 30 ਚੋਂ 100 ਚੋਂ 70%, ਯਾਨੀ ਵੇਟੇਜ ਇੱਦਾਂ ਹੈ, ਜਿਹੜੇ ਸਬਜੈਕਟ ਦੇ ਵਿੱਚ ਇਕੱਲੀ ਥਿਊਰੀ ਹੈ ਉਸ ਸਬਜੈਕਟ ਦੇ ਵਿੱਚ, ਜਿਵੇਂ ਇੱਕ ਸਬਜੈਕਟ ਇੱਦਾਂ ਦਾ ਹੋਇਆ ਜਿਹਦੇ 'ਚ ਥਿਊਰੀ ਵੀ ਅਤੇ ਪ੍ਰੈਕਟੀਕਲ ਵੀ ਹੈ, ਤਾਂ ਉਹਦੇ ਵਿੱਚ ਕੀ ਕਰੋਗੇ, CA ਦੇ ਮਾਰਕਸ 30% ਹੈ। ਇਹ ਕਨਫਰਮਡ ਹੈ, CA 30% ਤੋਂ ਜ਼ਿਆਦਾ ਨਹੀਂ ਹੈ, 30% CA ਦੀ ਐਗਜ਼ੈਕਟਲੀ ਹੈ। ਪ੍ਰੈਕਟੀਕਲ ਵੀ 30% ਹੈ, ਤੋਂ ਬਾਕੀ ਰਹਿ ਗਿਆ 30, 60, 100 ਦੇ ਵਿੱਚੋਂ 40% ਦੀ ਰਹਿਣਗੀ ਥਿਊਰੀ। ਇੱਦਾਂ ਹੀ ਮੈਂ ਹੋਰ ਐਗਜ਼ਾਮਪਲ ਲੈਂਦਾ, ਮੰਨ ਲਓ ਤੁਹਾਡਾ ਕੋਈ ਸਬਜੈਕਟ ਇੱਦਾਂ ਦਾ ਜਿਸ 'ਚ ਪ੍ਰੈਕਟੀਕਲ ਅਤੇ CA ਇਕੱਲੀ ਹੈ, ਤਾਂ ਫਿਰ ਉਹ 'ਚ ਕੀ ਹੋ ਗਿਆ, CA ਹੋ ਗਈ 30 ਨੰਬਰਾਂ ਦੀ, 30% ਦੀ CA, ਬਾਕੀ 70 ਦਾ ਹੋ ਗਿਆ ਪ੍ਰੈਕਟੀਕਲ। ਕੋਈ ਸਬਜੈਕਟ ਇੱਦਾਂ ਦਾ ਜਿਹਦੇ ਵਿੱਚ ਇਕੱਲਾ ਹੀ ਪ੍ਰੈਕਟੀਕਲ ਹੈ, CA ਨਹੀਂ ਹੈ, ਤਾਂ ਇਟ ਮੀਨਸ ਉਹਦਾ 100% ਸਾਰਾ ਦਾ ਸਾਰਾ ਪ੍ਰੈਕਟੀਕਲ ਹੀ ਹੈ। ਤੋ ਇਹ ਤੁਸੀਂ ਦੇਖ ਲੈਣੇ ਆ ਤੁਹਾਡੇ ਜਿਹੜੇ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਨੇ, ਕਿਹੜੇ ਸਬਜੈਕਟ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟ ਨੇ, ਉਹਦੇ ਅਕੋਰਡਿੰਗ ਤੁਸੀਂ ਆਪਣੀ ਪ੍ਰੈਪਰੇਸ਼ਨ ਕਰਨੀ ਹੈ। ਨੈਕਸਟ ਪਾਸਿੰਗ ਕ੍ਰਾਈਟੇਰੀਆ, ਪਾਸ ਹੋਣ ਵਾਸਤੇ ਮਾਰਕਸ ਕਿੰਨੇ ਚਾਹੀਦੇ ਨੇ। ਪਾਸਿੰਗ ਕ੍ਰਾਈਟੇਰੀਆ ਦੀ ਗੱਲ ਇਹ ਹੈ ਕਿ ਤੁਹਾਨੂੰ ਪਾਸ ਹੋਣ ਵਾਸਤੇ ਥਿਊਰੀ ਵਿੱਚੋਂ ਘੱਟੋ ਘੱਟ 30% ਮਾਰਕਸ ਲੈਣੇ ਹੀ ਪੈਣਗੇ। ਜਿਵੇਂ ਤੁਸੀਂ ਐਗਜ਼ਾਮ ਦਿੱਤਾ, 70 ਦਾ ਤੁਹਾਡਾ ਪੇਪਰ ਹੋਇਆ, 17 ਦੇ ਵਿੱਚੋਂ 30% ਦਾ ਮਤਲਬ ਹੈ 21। ਅਗਰ ਤੁਹਾਡੇ ਮਾਰਕਸ ਥਿਊਰੀ 17 ਦੇ ਵਿੱਚੋਂ 21 ਤੋਂ ਘੱਟ ਨੇ, ਤਾਂ ਜ਼ਰੂਰ ਤੁਹਾਨੂੰ ਉਹ ਥਿਊਰੀ ਦਾ ਪੇਪਰ ਦੁਬਾਰਾ ਦੇਣਾ ਪਊਗਾ। ਇਸ ਤਰ੍ਹਾਂ ਹੀ ਜੇ ਸਬਜੈਕਟ ਦਾ ਪ੍ਰੈਕਟੀਕਲ ਹੋਇਆ, ਪ੍ਰੈਕਟੀਕਲ ਜਿੰਨੇ ਮਾਰਕਸ ਦਾ ਵੀ ਹੈ, ਜਨਰਲੀ ਪ੍ਰੈਕਟੀਕਲ
30 ਮਾਰਕਸ ਦੀ ਇਵੈਲੂਏਸ਼ਨ ਹੋਣੀ ਹੈ। ਮੰਨ ਲਓ 30 ਦਾ ਪੇਪਰ ਤੁਹਾਡਾ ਪ੍ਰੈਕਟੀਕਲ ਦਾ ਹੋਇਆ, ਲੇਕਿਨ ਤੁਹਾਡੇ ਪ੍ਰੈਕਟੀਕਲ ਦੇ ਵਿੱਚੋਂ ਮਾਰਕਸ 8 ਆਏ ਜਾਂ 7 ਆਏ, ਯਾਨੀ 9 ਤੋਂ ਘੱਟ ਆਏ, ਤਾਂ ਤੁਹਾਡੀ ਪ੍ਰੈਕਟੀਕਲ 'ਚੋਂ ਸਪਲੀ ਬਣੂਗੀ, ਤੁਹਾਨੂੰ ਪੇਪਰ ਦੁਬਾਰਾ ਦੇਣਾ ਪਊਗਾ। ਜੇ ਤੁਹਾਡੇ ਪ੍ਰੈਕਟੀਕਲ ਦੇ ਵਿੱਚੋਂ 9 ਜਾਂ ਉਸ ਤੋਂ ਜ਼ਿਆਦਾ ਨੰਬਰ ਨੇ 30 ਦੇ ਵਿੱਚੋਂ, ਯਾਨੀ 30% ਜਾਂ ਉਸ ਤੋਂ ਜ਼ਿਆਦਾ ਨੇ, ਤਾਂ ਤੁਹਾਡਾ ਪ੍ਰੈਕਟੀਕਲ ਦੇ ਵਿੱਚੋਂ ਸਪਲੀ ਨਹੀਂ ਹੈ, ਕਲੀਅਰ ਹੈ। ਲੇਕਿਨ ਦੂਜੀ ਗੱਲ ਨਾਲ ਇਹ ਵੀ ਹੈ ਕਿ ਥਿਊਰੀ 'ਚੋਂ ਨੰਬਰ ਅਤੇ ਪ੍ਰੈਕਟੀਕਲ 'ਚੋਂ ਨੰਬਰ 30% ਘੱਟੋ ਘੱਟ ਚਾਹੀਦੇ ਨੇ, ਓਵਰਆਲ ਚਾਹੀਦੇ ਨੇ 40% ਪਾਸ ਹੋਣ ਵਾਸਤੇ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੈਂ ਇੱਕ ਕੇਸ ਐਗਜ਼ਾਮਪਲ ਕੰਸੀਡਰ ਕਰਦਾ। ਦੇਖ, ਮੰਨ ਲਓ ਕਿ ਇਸ ਸਟੂਡੈਂਟ ਦੇ ਇੱਕ ਸਬਜੈਕਟ ਹੈ ਬੇਸਿਕ ਕੰਪਿਊਟਰ ਸਕਿੱਲ। ਬੇਸਿਕ ਕੰਪਿਊਟਰ ਸਕਿੱਲ ਦੇ ਵਿੱਚੋਂ ਉਹਦੇ ਅਸੈਸਮੈਂਟ ਉਹਨੇ ਦਿੱਤੀ ਨਹੀਂ ਹੈ, ਜਾਂ ਉਹਦੇ ਮਾਰਕਸ 0 ਲੱਗੇ ਹੋਏ ਨੇ। 0 ਮਾਰਕਸ ਕਦੋਂ ਲੱਗਦੇ ਨੇ? ਜਾਂ ਤਾਂ ਉਹਦੀਆਂ ਪਿਕਚਰਾਂ ਬਲਰ ਨੇ, ਕਲੀਅਰ ਨਹੀਂ ਹੈਗੀਆਂ, ਯੂਨੀਵਰਸਿਟੀ ਤੋਂ ਉਹਦੇ ਪੜ੍ਹ ਨਹੀਂ ਹੋਏ, ਤਾਂ ਉਹਦੇ ਮਾਰਕਸ 30 ਦੇ ਵਿੱਚੋਂ ਲੱਗ ਗਏ 0। ਮੰਨ ਲਓ 30 ਚੋਂ 0 ਆ ਗਏ ਉਹਦੇ। ਪ੍ਰੈਕਟੀਕਲ ਦੇ ਵਿੱਚੋਂ ਉਹਦੇ ਨੰਬਰ 30 ਦੇ ਵਿੱਚੋਂ 15 ਆ ਗਏ, ਔਰ ਇੱਧਰੋਂ ਆ ਗਏ ਉਹਦੇ 40 ਚੋਂ 26। ਹੁਣ ਦੇਖੋ, ਸਟੂਡੈਂਟ ਥਿਊਰੀ 'ਚੋਂ ਵੀ 30% ਤੋਂ ਜ਼ਿਆਦਾ ਨੰਬਰ ਲੈ ਚੁੱਕਿਆ ਹੈ, ਇਟ ਮੀਨਸ ਪਾਸ ਹੈ। ਪ੍ਰੈਕਟੀਕਲ 'ਚੋਂ ਵੀ ਉਹਦੇ 30% ਤੋਂ ਜ਼ਿਆਦਾ ਨੇ, ਇਟ ਮੀਨਸ ਪਾਸ ਹੈ। ਓਵਰਆਲ ਵੀ ਉਹਦੇ 26 + 15 ਜੋੜ ਕੇ 41 ਬਣ ਗਏ। ਓਵਰਆਲ ਉਹਦੇ ਮਾਰਕਸ 41 ਨੇ, 40 ਤੋਂ ਜ਼ਿਆਦਾ ਨੇ। ਇਹਦਾ ਮਤਲਬ ਇਹ ਹੈ ਕਿ ਇਹ ਸਟੂਡੈਂਟ ਦੇ ਬੇਸਿਕ ਕੰਪਿਊਟਰ ਸਕਿੱਲ ਆ ਜਿਹੜਾ ਸਬਜੈਕਟ ਹੈ, ਮੈਂ ਗ੍ਰੀਨ ਸਾਰਾ ਹਾਈਲਾਈਟ ਕੀਤਾ, ਇਹਦੇ ਵਿੱਚੋਂ ਉਹ ਸਟੂਡੈਂਟ ਪਾਸ ਹੋ ਗਿਆ। ਹਾਲਾਂਕਿ ਉਹਦੇ ਮਾਰਕਸ ਸਾਰੇ 41% ਹੀ ਹੋਏ ਨੇ। ਜੇ ਕਿਤੇ ਉਹ ਸਟੂਡੈਂਟ ਨੇ CA ਵੀ ਸਬਮਿਟ ਕਰਵਾਈ ਹੁੰਦੀ, ਤਾਂ ਉਹਦੇ CA 'ਚੋਂ ਮਾਰਕਸ ਜਿੰਨੇ ਵੀ ਸੀ ਉਹ ਪਲੱਸ ਹੋ ਕੇ ਉਹਦੀ ਪਰਸੈਂਟੇਜ ਇਨਕਰੀਜ਼ ਹੋ ਜਾਣੀ ਸੀਗੀ। ਹੁਣ ਉਹ ਐਂ ਕਹਿ ਸਕਦੇ ਹਾਂ ਕਿ ਪੁਆਇੰਟਾਂ 'ਤੇ ਪਾਸ ਹੈ, ਪਾਸ ਹੈ, UC ਪਾਸ ਹੈ। ਤੋ ਪਾਸ ਹੋਣ ਵਾਸਤੇ ਕੰਡੀਸ਼ਨਾਂ ਕਲੀਅਰ ਹੋਈ ਗੱਲ। ਥਿਊਰੀ 'ਚੋਂ ਪ੍ਰੈਕਟੀਕਲ 'ਚੋਂ ਘੱਟੋ ਘੱਟ 30% ਮਾਰਕਸ ਚਾਹੀਦੇ ਨੇ। CA 'ਚੋਂ ਚਾਹੇ ਪਾਸ ਹੋਵੇ ਚਾਹੇ ਨਾ ਪਾਸ ਹੋਵੇ, ਉਹ CA 'ਚੋਂ ਪਾਸ ਹੋਣਾ ਜ਼ਰੂਰੀ ਨਹੀਂ ਹੈ, ਲੇਕਿਨ ਓਵਰਆਲ ਪਰਸੈਂਟੇਜ 40 ਤੋਂ ਜ਼ਿਆਦਾ ਜਾਂ 40 ਘੱਟੋ ਘੱਟ ਹੋਣੀ ਚਾਹੀਦੀ ਹੈ। ਜਿਵੇਂ ਇੱਕ ਐਗਜ਼ਾਮਪਲ ਹੋਰ ਦਿਖਾਉਣਾ, ਆਹ ਇੱਕ ਸਟੂਡੈਂਟ ਦੇ, ਉਸੇ ਸਟੂਡੈਂਟ ਦੇ ਇਕਨੋਮਿਕਸ ਦੇ ਮੰਨ ਲਓ ਮਾਰਕਸ ਨੇ। ਇਹਦੇ ਕੀ ਹੈ, CA ਦੇ ਵਿੱਚੋਂ 30 ਦੇ ਵਿੱਚੋਂ 0 ਨੰਬਰ ਆ ਗਏ, ਮਤਲਬ ਇਹਨੇ CA ਸਬਮਿਟ ਨਹੀਂ ਕਰਾਈ, ਜਾਂ CA ਨੇ ਵਧੀਆ ਢੰਗ ਨਾਲ ਲਿਖੀ ਨਹੀਂ ਹੈ, ਇਹਦੇ ਮਾਰਕਸ 0 ਨੇ। ਵੈਸੇ 0 ਹੁੰਦੇ ਨਹੀਂ ਹੈ, ਜੇ ਸਬਮਿਟ ਕਰਾਓ ਤਾਂ ਇੱਦਾਂ ਕਦੇ ਹੁੰਦਾ ਨਹੀਂ ਹੈ ਕਿ ਯੂਨੀਵਰਸਿਟੀ 30 ਚੋਂ 0 ਕਰੇ। ਪਾਸ ਤੋਂ ਵੱਧ ਮਾਰਕਸ ਬੜੇ ਆਰਾਮ ਨਾਲ ਯੂਨੀਵਰਸਿਟੀ ਵੱਲੋਂ ਮਿਲ ਜਾਂਦੇ ਨੇ। ਇਹ ਉਸੇ ਕੇਸ 'ਚ ਹੁੰਦਾ ਜਦੋਂ ਸਟੂਡੈਂਟ CA ਸਬਮਿਟ ਹੀ ਨਾ ਕਰੇ। CA ਦਾ ਮਤਲਬ ਅਸਾਈਨਮੈਂਟ ਆ, ਸਬਮਿਟ ਨਾ ਕਰੇ। ਹੁਣ ਇਹਦੇ ਥਿਊਰੀ 'ਚੋਂ ਨੰਬਰ 36 ਨੇ, ਪ੍ਰੈਕਟੀਕਲ ਦਾ ਪੇਪਰ ਹੈ ਹੀ ਨਹੀਂ ਸੀਗਾ, ਥਿਊਰੀ 70 ਦੀ ਹੋ ਗਈ। ਤਾਂ ਫਿਰ ਕੀ ਹੋਇਆ, ਓਵਰਆਲ ਮਾਰਕਸ 36 ਹੋਏ, 40 ਨਹੀਂ ਬਣੇ। ਤਾਂ ਇਹਦਾ ਮਤਲਬ ਇਸ ਸਟੂਡੈਂਟ ਦੀ ਦਿਸ ਪਾਰਟੀਕੂਲਰ ਸਬਜੈਕਟ ਦੇ ਵਿੱਚੋਂ ਰੀਅਪੀਅਰ ਬਣ ਗਈ। ਸਟੂਡੈਂਟ ਨੂੰ ਇਹ ਪੇਪਰ ਦੁਬਾਰਾ ਦੇਣਾ ਪਊਗਾ। ਹੁਣ ਜਦੋਂ ਰੀਪੀਅਰ ਰਿਜ਼ਲਟ ਤੋਂ ਬਾਅਦ ਰੀਪੀਅਰ ਦੇ ਰਜਿਸਟ੍ਰੇਸ਼ਨ ਸਟਾਰਟ ਹੁੰਦੀ ਹੈ, ਤਾਂ ਸਟੂਡੈਂਟ ਕੋਲ ਮੌਕਾ ਹੋਊਗਾ। ਇੱਕ ਤਾਂ ਉਹਨੂੰ ਥਿਊਰੀ ਦਾ ਪੇਪਰ ਤੋਂ ਤਾਂ ਦੇ ਨਹੀਂ ਸਕਦਾ ਕਿਉਂਕਿ ਪਾਸ ਹੋ ਚੋਂ, ਤਾਂ ਉਹ ਸਿਰਫ ਆਪਣੀ CA ਸਬਮਿਸ਼ਨ ਦੁਆਰਾ ਕਰੂਗਾ। ਇਹਨੂੰ ਆਪਾਂ ਕਹਿੰਦੇ ਹਾਂ CA ਇੰਪਰੂਵਮੈਂਟ। ਜਦੋਂ ਰਿਜ਼ਲਟ ਆਇਆ ਉਸ ਤੋਂ ਬਾਅਦ ਯੂਨੀਵਰਸਿਟੀ ਦੁਆਰਾ ਉਹਨੂੰ ਪਾਸ ਹੋਣ ਵਾਸਤੇ ਪੇਪਰ ਲੈਂਦੀ ਹੈ। ਤਾਂ ਇੱਥੇ ਸਟੂਡੈਂਟ ਨੂੰ ਆਪਣੀ CA ਹੀ ਇਕੱਲੀ ਸਬਮਿਟ ਕਰਨ ਦੀ ਲੋੜ ਪੈਣੀ ਹੈ। ਸਟੂਡੈਂਟ ਕੀ ਕਰੂਗਾ, CA ਸਬਮਿਸ਼ਨ ਕਰਨ ਵਾਸਤੇ ਰਜਿਸਟਰ ਕਰੂਗਾ, CA ਦੀ ਫੀਸ CA ਦੁਆਰਾ ਦੇਣ ਵਾਸਤੇ ਫੀਸ ਭਰੂਗਾ। ਜਦੋਂ ਫੀਸ ਭਰੂਗਾ ਉਸ ਤੋਂ ਬਾਅਦ CA ਦੁਆਰਾ ਆਉਣਗੀਆਂ ਅਸਾਈਨਮੈਂਟਾਂ, ਸਟੂਡੈਂਟ ਦੁਆਰਾ ਅਸਾਈਨਮੈਂਟਾਂ ਬਣਾ ਕੇ ਸਬਮਿਟ ਕਰੂਗਾ। ਦੈਨ ਉਹਦੇ ਮਾਰਕਸ ਜੁੜ ਜਾਣਗੇ। ਜਦੋਂ ਮਾਰਕਸ ਜੁੜ ਗਏ ਓਵਰਆਲ 40 ਤੋਂ ਵੱਧ ਬਣ ਗਏ, ਸਬਜੈਕਟ 'ਚੋਂ ਉਹਦੀ ਰੀਅਪੀਅਰ ਟੁੱਟ ਜੂਗੀ, ਉਹ ਕਲੀਅਰ ਹੋ ਜਾਊਗਾ। ਇੱਦਾਂ ਹੀ ਮੈਂ ਇੱਕ ਹੋਰ ਐਗਜ਼ਾਮਪਲ ਦੇ ਰਿਹਾ, ਤੀਜੀ ਐਗਜ਼ਾਮਪਲ ਮੈਂ ਦੇ ਰਿਹਾ, ਇੱਕ ਸਬਜੈਕਟ ਇੰਗਲਿਸ਼ ਹੈ। ਇੰਗਲਿਸ਼ 'ਚੋਂ ਉਹਦੇ ਮਾਰਕਸ ਕਿੰਨੇ ਨੇ, 30 ਦੇ ਵਿੱਚੋਂ 0, ਮਤਲਬ ਇਹ 'ਚੋਂ ਵੀ ਇਹਨੇ ਅਸਾਈਨਮੈਂਟ ਦਿੱਤੀ ਨਹੀਂ ਹੈ। ਦੂਜਾ ਆ 70 ਦੇ ਵਿੱਚੋਂ ਮੰਨ ਲਓ ਉਹਦੇ 40 ਆ ਗਏ, 70 ਦੇ ਵਿੱਚੋਂ 40 ਆ ਗਏ, ਓਵਰਆਲ 40 ਬਣ ਗਏ, ਤਾਂ ਇਹ 'ਚੋਂ ਵੀ ਉਹ ਪਾਸ ਹੋ ਗਿਆ। ਇੱਕ ਐਗਜ਼ਾਮਪਲ ਚੌਥਾ ਹੋਰ ਹੈ, ਸਬਜੈਕਟ ਦੇ ਮਾਰਕਸ ਇੱਥੇ ਦਿਖ ਨਹੀਂ ਰਹੇ ਹੈਗੇ। ਮੰਨ ਲਓ ਉਹ CA ਦੇ ਵਿੱਚੋਂ ਪਾਸ ਹੋ ਚੁੱਕੇ, ਉਹਦੇ ਮਾਰਕਸ 20 ਚੋਂ 18 ਨੇ, ਤਾਂ ਇਹਦਾ ਮਤਲਬ 13 ਦੇ ਵਿੱਚੋਂ 27 ਬਣ ਗਏ। ਅਤੇ PPM ਪ੍ਰਿੰਸੀਪਲਸ ਆਫ ਮੈਨੇਜਮੈਂਟ ਦੇ ਵਿੱਚੋਂ ਵੀ ਉਹਦੇ ਨੰਬਰ ਹੈਗੇ ਨੇ ਚੰਗੇ, ਪਾਸ ਹੈ। ਉਹਦੇ ਓਵਰਆਲ ਵੀ ਅਤੇ ਇਕੱਲੇ ਸਬਜੈਕਟ 'ਚੋਂ ਵੀ ਉਹ ਪਾਸ ਹੈ। ਇਸ ਕਰਕੇ ਇਹਦੇ ਵਿੱਚ ਵੀ ਐਗਜ਼ਾਮਪਲ ਦੇ ਵਿੱਚ ਪਿੱਛੇ ਦਿਖ ਨਹੀਂ ਰਹੀ, ਬਟ ਉਹ ਪਾਸ ਹੈ। ਇਹ ਇੱਕ ਐਗਜ਼ਾਮਪਲ ਸੀ ਜਿੱਥੋਂ ਸਾਨੂੰ ਪਤਾ ਲੱਗ ਜੂਗਾ ਵੀ ਪਾਸ ਹੋਣ ਵਾਸਤੇ ਕੰਡੀਸ਼ਨਸ ਕੀ ਨੇ। ਹੁਣ ਜਿਵੇਂ ਇੱਥੇ ਹੈ, ਇਹਦੇ ਵਿੱਚ ਉਹਦੇ ਮਾਰਕਸ ਨੇ
मान लो ने सीए देती, सीए ਦਿੱਤੀ ਹੈ। ਇੱਥੇ ਇੱਕ ਚੀਜ਼ ਹੋਰ ਹੈ, ਜਿਵੇਂ ਇੱਥੇ ਸ਼ੋ ਹੋ ਰਿਹਾ ਕਿ ਉਹਨੇ 20 ਮਾਰਕਸ ਦੇ ਵਿੱਚੋਂ 12 ਮਾਰਕਸ ਅਬਟੇਨ ਕੀਤੇ ਨੇ। ਹੁੰਦਾ ਇਹ ਹੈ ਜਦੋਂ ਨਾ ਯੂਨੀਵਰਸਿਟੀ ਅਸਾਈਨਮੈਂਟਾਂ ਲੈਂਦੀ ਹੈ, ਅਸਾਈਨਮੈਂਟਾਂ 20 ਨੰਬਰ ਦੀਆਂ ਹੁੰਦੀਆਂ ਨੇ, ਬਟ ਉਹਦੀ ਵੇਟੇਜ 30% ਦੀ ਹੈ। ਮੰਨ ਲਓ ਸਟੂਡੈਂਟ ਦੇ 20 ਦੇ ਵਿੱਚੋਂ 12 ਆ ਗਏ, 12 ਆਊਟ ਆਫ 20, 20 ਚੋਂ ਆ ਗਏ 12, ਅਤੇ ਉਹਦੀ ਵੇਟੇਜ ਹੈ 30% ਦੀ। ਤਾਂ ਫਿਰ ਉਹਨੂੰ ਕੀ ਕਰਨਗੇ, ਰੇਸ਼ੋ ਕੱਢ ਲੈਣਗੇ, ਦਿਸ ਇਜ਼ ਟੂ ਕਿੰਨੇ ਆਊਟ ਆਫ 30। ਤਾਂ ਇਹਦਾ ਫਾਰਮੂਲਾ ਕੀ ਬਣੂਗਾ, ਇਹਦਾ ਫਾਰਮੂਲਾ ਬਣੂਗਾ ਜਿਵੇਂ 20 ਚੋਂ 12, ਇੱਕ ਚੋਂ 12/20, ਤਾਂ ਇਹਦਾ ਫਾਰਮੂਲਾ ਬਣ ਜੂਗਾ 12/20 ਮਲਟੀਪਲਾਈਡ ਬਾਏ, ਗੁਣਾ ਕਰ ਲਓ 30 ਨਾਲ। ਜਦੋਂ ਇਹਨੂੰ ਸੋਲਵ ਕਰਦੇ ਹਾਂ ਇਹਦਾ ਰਿਜ਼ਲਟ ਆ ਜਾਊਗਾ 18। ਤਾਂ ਇਹਦਾ ਮਤਲਬ ਜੇ ਅਗਰ ਸਟੂਡੈਂਟ ਦੇ 12 ਨੰਬਰ ਨੇ ਆਊਟ ਆਫ 20, ਅਤੇ ਜੇ ਉਹ ਪੇਪਰ 30 ਦਾ ਹੋਵੇ, ਉਸੇ ਰੇਸ਼ੋ 'ਚ ਉਹਦੇ ਨੰਬਰ ਵਧਾਈ 30 ਚੋਂ ਕੱਢੀਏ ਤਾਂ ਇਟ ਵਿਲ ਬੀ 18। ਤਾਂ ਇੱਥੇ ਆਪਾਂ ਨੇ ਦੇਖਿਆ ਸਟੂਡੈਂਟ ਨੇ ਐਗਜ਼ਾਮ ਦਿੱਤਾ ਸੀ, ਜਦੋਂ ਅਸਾਈਨਮੈਂਟ ਉਹ ਸਬਮਿਟ ਕਰਾਈ ਸੀ, ਯੂਨੀਵਰਸਿਟੀ ਨੇ 20 ਨੰਬਰ ਦੀਆਂ ਅਸਾਈਨਮੈਂਟਾਂ ਲਈਆਂ, ਉਹਨੂੰ ਉਹਨਾਂ ਨੇ 30 ਵਿੱਚੋਂ ਕਨਵਰਟ ਕਰ ਲਏ ਮਾਰਕਸ। ਤੋ ਇੱਥੇ ਮਾਰਕਸ ਅਬਟੇਨਡ 'ਚ ਲਿਖਿਆ ਆ 20 ਵਿੱਚੋਂ 12, ਅਤੇ ਮਾਰਕਸ ਦੇ ਵਿੱਚ ਸਾਹਮਣੇ ਨਾਲ ਹੀ ਲਿਖਤਾ ਵੇਟਡ ਮਾਰਕਸ, ਜਿੰਨੇ ਯੂਨੀਵਰਸਿਟੀ ਨੂੰ ਚਾਹੀਦੇ ਨੇ ਆਊਟ ਆਫ, ਉਹਨੇ ਇਹਨੂੰ 30 ਦੇ ਵਿੱਚੋਂ ਫਿਰ 18 ਆਪੇ ਹੀ ਉਸੇ ਹੀ ਰੇਸ਼ੋ 'ਚ ਕਨਵਰਟ ਕਰ ਲਏ। ਇੱਦਾਂ ਹੀ ਇਸ ਕੇਸ ਵਿੱਚ ਦੇ ਵਿੱਚ ਕੀ ਹੋਇਆ, ਸੈਕਿੰਡ ਐਗਜ਼ਾਮਪਲ ਮੈਂ ਲੈ ਰਿਹਾ। ਸੈਕਿੰਡ ਕੇਸ, ਥਿਊਰੀ ਦਾ ਨੰਬਰ, ਥਿਊਰੀ ਦਾ ਜਿਹੜਾ ਪੇਪਰ ਹੈ ਯੂਨੀਵਰਸਿਟੀ ਨੇ ਲਿਆ 45 ਚੋਂ, ਇਹ ਹੁਣ ਤਾਂ 17 ਚੋਂ ਹੋਊਗਾ, ਇਹ ਪਹਿਲਾਂ 45 ਚੋਂ ਉਦੋਂ ਹੁੰਦਾ ਸੀ ਜਦੋਂ ਇਹ ਰਿਜ਼ਲਟ ਦੀ ਜਿਹੜੀ ਮੈਂ ਸਕਰੀਨਸ਼ਾਟ ਦਿੱਤਾ ਆ, ਇਹ ਐਕਚੁਅਲ ਰਿਜ਼ਲਟ ਹੈ ਕਿਸੇ ਸਟੂਡੈਂਟ ਦਾ, ਉਹਦੇ ਉਦੋਂ ਦਾ ਇਹ ਰਿਜ਼ਲਟ ਹੈ ਜਦੋਂ ਉਹਦੇ ਪੇਪਰ ਆਨਲਾਈਨ ਹੁੰਦੇ ਸੀ। ਆਨਲਾਈਨ ਪੇਪਰ 45 ਨੰਬਰ ਦਾ ਪੇਪਰ ਯੂਨੀਵਰਸਿਟੀ ਲੈਂਦੀ ਸੀ, ਸਟੂਡੈਂਟ ਨੇ 45 ਚੋਂ 29 ਲੈ ਲਏ, ਅਤੇ ਵੇਟੇਜ ਇਹਦੀ ਹੈਗੀ ਆ 17 ਦੀ ਨਾ, ਥਿਊਰੀ 'ਚ 40 ਦੀ ਵੇਟੇਜ, ਕਿਉਂਕਿ 30 ਦਾ ਪ੍ਰੈਕਟੀਕਲ ਵੀ ਹੈ। ਤਾਂ ਜੇ 45 ਚੋਂ 29 ਹੋਣ ਤਾਂ 40 ਚੋਂ ਕਿੰਨੇ ਬਣਨਗੇ, ਫਾਰਮੂਲਾ ਬਣ ਜੂਗਾ 29 ਆਊਟ ਆਫ 45, 29 ਡਿਵਾਈਡਡ ਬਾਈ 45, ਇਹਨੂੰ ਮਲਟੀਪਲਾਈ ਕਰਾਂਗੇ ਆਪਾਂ 40 ਨਾਲ, ਇਹਨੂੰ ਸੋਲਵ ਕਰੋ, ਇਹਦਾ ਜਿਹੜਾ ਰਿਜ਼ਲਟ ਹੈ ਉਹ 26 ਆ ਜਾਊਗਾ, ਆਹ 26 ਰਿਜ਼ਲਟ ਆ ਜਾਊਗਾ। ਤਾਂ ਇਹਦਾ ਮਤਲਬ ਇਹ ਹੋਇਆ ਵੀ ਉਹਦੀ ਵੇਟੇਜ 40 ਚੋਂ ਹੈ, ਇਸ ਕਰਕੇ ਉਹਨਾਂ ਨੇ 45 ਚੋਂ 29 ਸੇਮ ਰੇਸ਼ੋ 'ਚ 40 ਚੋਂ ਕਿੰਨੇ ਬਣੇ 26, ਉਹਨੇ ਆ ਲਗਾਤੇ। ਤਾਂ ਵੇਟਡ ਮਾਰਕਸ ਦਾ ਮਤਲਬ ਹੈ ਜਿੰਨੀ ਉਹਦੀ ਵੇਟੇਜ ਹੈ, ਜਿੰਨੇ ਉਹ ਕੰਪੋਨੈਂਟ ਦੀ ਵੇਟੇਜ ਹੈ। ਜਿਵੇਂ ਥਿਊਰੀ ਚੋਂ ਵੇਟੇਜ 40 ਦੀ ਹੈ ਤਾਂ 40 ਚੋਂ ਕੱਢ ਲੈਣਗੇ, ਜੇ ਥਿਊਰੀ ਚੋਂ ਵੇਟੇਜ 70 ਦੀ ਹੈ ਤਾਂ 70 ਚੋਂ ਕੱਢ ਲੈਣਗੇ। ਇਹ ਵੇਟਡ ਮਾਰਕਸ ਉਹਦੇ ਬਣ ਗਏ। ਹੁਣ ਉਹਦੇ ਪੇਪਰ ਹੋਇਆ ਸੀ ਭਾਵੇਂ 45 ਦਾ, ਯੂਨੀਵਰਸਿਟੀ ਨੇ ਕੱਢ ਲਿਆ ਕਿ 26 ਆਊਟ ਆਫ 40, ਉਹਦਾ ਪੇਪਰ ਹੋਇਆ ਸੀਗਾ 20 ਦਾ, ਯੂਨੀਵਰਸਿਟੀ ਨੇ ਕੱਢ ਲਿਆ 18 ਆਊਟ ਆਫ 30। ਇਸ ਤਰੀਕੇ ਨਾਲ ਕਰਦੇ ਕਰਦੇ ਕੀ ਹੋਇਆ, ਕੀ ਹੋਇਆ, ਉਹਦੇ ਬੇਸਿਕ ਕੰਪਿਊਟਰ ਸਕਿੱਲ 'ਚ ਜਿਹਦੇ ਮਾਰਕਸ ਨੇ ਉਹਦਾ ਜਿਹੜਾ ਜੋੜ ਹੈ ਉਹ ਕਿੰਨਾ ਬਣ ਗਿਆ। ਲੈਟਸ ਸੀ 18 + 26 + 15, ਇਹਨਾਂ ਦਾ ਜੇ ਟੋਟਲ ਕਰੀਏ ਤਾਂ ਕਿੰਨਾ ਬਣ ਗਿਆ, 5 6 11 19, 2 2 4 1 5 59। ਇਹਦਾ ਮਤਲਬ ਸਟੂਡੈਂਟ ਦੇ ਬੇਸਿਕ ਕੰਪਿਊਟਰ ਸਕਿੱਲ ਦੇ ਤਿੰਨਾਂ ਕੰਪੋਨੈਂਟਾਂ ਦੇ ਮਾਰਕਸ ਦਾ ਜੋੜ 59 ਬਣ ਗਿਆ। ਤਾਂ 59 ਆਊਟ ਆਫ 100 ਇਹਦੇ ਮਾਰਕਸ ਬਣ ਗਏ ਬੇਸਿਕ ਕੰਪਿਊਟਰ ਸਕਿੱਲ 'ਚੋਂ। ਇਹ ਤਿੰਨੇ ਕੰਪੋਨੈਂਟ, ਤਿੰਨਾਂ ਵਿੱਚੋਂ ਇਸ ਕੰਪੋਨੈਂਟ 'ਚੋਂ ਵੀ ਪਾਸ ਹੈ, ਇਸ 'ਚੋਂ ਵੀ ਪਾਸ ਹੈ, ਓਵਰਆਲ ਵੀ ਕੰਡੀਸ਼ਨ ਟਰੂ ਹੈ, ਇਟ ਮੀਨਸ ਇਹ ਬੱਚਾ ਇਸ ਸਬਜੈਕਟ ਦੇ ਵਿੱਚੋਂ ਪਾਸ ਹੈ, ਇਹਦਾ ਰਿਜ਼ਲਟ ਕੀ ਹੈ, ਪਾਸ। ਇਸੇ ਤਰ੍ਹਾਂ ਹੀ ਨੀਚੇ ਹੋਰ ਵੀ ਐਗਜ਼ਾਮਪਲਸ ਨੇ, ਵੈਰੀ ਕਲੀਅਰ ਨੇ। ਇਸ ਐਗਜ਼ਾਮਪਲ 'ਚ ਕੰਪੋਨੈਂਟ ਸਿਰਫ ਦੋ ਹੀ ਨੇ, ਵਨ ਇਜ਼ CA, ਸੈਕਿੰਡ ਇਜ਼ ਐਂਡ ਟਰਮ ਥਿਊਰੀ, ETE ਐਂਡ ਟਰਮ ਥਿਊਰੀ ਐਗਜ਼ਾਮੀਨੇਸ਼ਨ। ਹੁਣ ਉਹਦੇ ਮਾਰਕਸ ਕਿੰਨੇ ਆਏ, 30 ਦੇ ਵਿੱਚੋਂ 27, 70 ਦੇ ਵਿੱਚੋਂ 36। ਹੁਣ ਇੱਥੇ ਕੀ ਹੈ, ਥਿਊਰੀ ਵਿੱਚੋਂ ਉਹਦੇ ਮਾਰਕਸ 21 ਤੋਂ ਜ਼ਿਆਦਾ ਨੇ, ਇਟ ਮੀਨਸ ਪਾਸ ਹੈ। ਓਵਰਆਲ ਵੀ ਉਹਦੇ 40 ਤੋਂ ਜ਼ਿਆਦਾ ਨੇ, ਇਟ ਮੀਨਸ ਉਹ ਪਾਸ ਹੈ। ਤਾਂ ਉਹਦੇ ਜਿਹੜੇ ਟੋਟਲ ਮਾਰਕਸ ਨੇ ਉਹ ਕਿੰਨੇ ਬਣ ਗਏ, 27 + 36, ਇਹ ਬਣ ਗਏ 63। ਜੋ ਵੀ ਬਣਿਆ ਇਹ 63 ਮੈਂ ਇੱਥੇ ਲਿਖ ਦਿੰਦਾ, ਇਹਦੇ ਮਾਰਕਸ ਬਣੇ।
इस तरह ही इंग्लिश चों भी, इस तरह ही PPM चों भी। हुण मैनूं उम्मीद है तुहानूं ये पता लग्या कि जे 30% थ्योरी चों या 30% प्रैक्टिकल चों नहीं हैं तो पेपर दोबारा देना पऊगा। वो पेपर दोबारा दे के रीपेयर खत्म होगी तो उस सबजैक्ट के विचों, उस कोर्स के विचों स्टूडेंट क्लीयर होगा। तो सारे स्टूडेंट्स नूं इत्थों ये हदायत या ये एक सुजैशन दी जाती है कि पेपरां दे विचों जे रीपेयर आ गई कोई गल नहीं, दोबारा दे के क्लीयर हो जाती है। असाइनमेंटां जरूर जमा करवा दिओ। असाइनमेंटां चों पास होना सब तो ईजी है। की करना हुंदा असाइनमेंटां दे क्वेश्चन बहुत सौखे हुंदे ने, जे औखे भी ने तां भी की गल है, आपां इंटरनेट तो सर्च करके, बुक्स तो सर्च करके, स्टडी मटीरियल तो सर्च करके ही तां लिखने हुंदे आ। असाइनमेंटां वधिया ढंग नाल बनाओ, ਉਹਦੇ ਨਾਲ ਤੁਹਾਡੇ ਅਸਾइनमेंटां ਦੇ मार्क्स प्रॉपरली सबमिट करो, मार्क्स जुड़ जाएंगे, ਤੁਹਾਡੀ ਜਿਹੜੀ परसेंटेज है वो ਆਟੋਮੈਟਿਕਲੀ ਬੈਟਰ ਹੋ ਜੂਗੀ, ਇਨਕਰੀਜ਼ ਹੋ ਜੂਗੀ। मैं इत्थे ये भी गल दसनी चाहुंदा, जे असाइनमेंट सबमिट नहीं कराई, जिवें पिछे एग्जाम्पल सी मैं हुण लगाती है, ਉਹਦੇ 'ਚ ਉਹਨੇ ਅਸਾइनमेंट सबमिट नहीं कराई, लेकिन ਉਹਦੇ थ्योरी एंड प्रैक्टिकल के मार्क्स जोड़ के ओवरऑल 40 बन गए तो वो पास है। असाइनमेंट सबमिट ना करावे, असाइनमेंट 'चों पास होना जरूरी नहीं है। असाइनमेंट 'चों पास होना उदों जरूरी है जदों ਦੇ ओवरऑल 40 नहीं बनते। नैक्सट ग्रेड दी। हुण यूनिवर्सिटी ने स्टूडेंट ने पेपर अटैम्प्ट किया, अपनी मेहनत की, उन्हें मार्क्स ले लिए। यूनिवर्सिटी मार्क्स नहीं शो करूगी, ਜਿਹੜੇ रिजल्ट शीट या ਜਿਹੜਾ सर्टिफिकेट ਤੁਹਾਨੂੰ ਮਿਲਣਾ ਆ ਉਹਦੇ ਵਿੱਚ यूनिवर्सिटी ਵੱਲੋਂ ग्रेड दिखनी है। ग्रेड जिवें A+, हाईएस्ट ग्रेड की है A+, इदों थल्ले है A, फिर है B, इदां ग्रेड्स ने। मार्क्स तो यूनिवर्सिटी ने ग्रेड कढ़न का कोई मैथड है, वो अलग डिस्कशन का मैटर होगा, आप वो अजे डिस्कशन नहीं करते। आप सिर्फ ये डिस्कशन करते हैं कि मार्क्स जो भी ने ਉਹਦੇ ਤੋਂ यूनिवर्सिटी ने ग्रेड बना ली, A+, A-, B+, B, B-, C+, C-, मैनी ग्रेड्स आर देयर। ग्रेड ਦੇ ਨਾਲ ਇਕੁਇਵਲੈਂਟ ਕੋਈ ਨਾ ਕੋਈ ਉਹਦਾ ਨੰਬਰ ਵੀ ਹੈ, ਇਹਨੂੰ ਆਪਾਂ ਕਹਿ ਦਈਏ ग्रेड ਅਲਫਾਬੈਟ ਵੀ ਹੈ, ਇਹਦਾ ਨੰਬਰ ਵੀ, ਜਿਵੇਂ A+ ਹੈ, ਇਹਨੂੰ ग्रेड ਨੂੰ 10 या इनू 9, ऐदा इन्हां दे नंबर ने, इक्वलेंट नंबरस ने, लाइक दिस। तो तुहाडी जिहड़ी जिवें आ सबजैक्ट है इहदे मार्क्स के बेस ते जिन्ने मार्क्स वध ने उन्नी ग्रेड वध गई, जिन्ने मार्क्स घट ने उन्नी ग्रेड घट गई। आ स्टूडेंट नूं ग्रेड मिल गई, C ग्रेड है, B ग्रेड है, C है, B है। ये ग्रेड का मतलब की है, C का मतलब है भी जिन्ने भी टोटल स्टूडेंट्स एग्जामिनेशन देने वाले ने उन्हों के विचों मेरी पोजीशन C है बेसिक कंप्यूटर स्किल चो, मेरे तो उपर B वाले भी ने, मेरे तो उपर A वाले भी ने, तो मेरे तो नीचे D वाले भी होंगे। तो E का मतलब है रीअपीयर। ये रैलेटिव ग्रेड बनती है। रैलेटिव ग्रेडिंग की है, ये एक अलग टॉपिक है, ये मैं हाले डिस्कशन नहीं कर रहा। ये जी ग्रेडिंग है ये यूनिवर्सिटी वालों यूज़ किया जाता है, रैलेटिव ग्रेडिंग सिस्टम। एनीवे स्टूडेंट तो जी मार्कशीट है वो स्टूडेंट को इदा का रिजल्ट मिलूगा, और इन्हों के नीचे लिखा होगा जिमें इत्थे आ देखो, इस टर्म के जी ग्रेड पॉइंट एवरेज है TGPA। TGPA की फुल फॉर्म की है, T फॉर टर्म, G फॉर ग्रेड, P फॉर पॉइंट, A फॉर एवरेज। टर्म का मतलब है समैसटर, समैसटर की ग्रेड पॉइंट एवरेज 5.44 है, 5.44 है। हुण इस स्टूडेंट ने जो पेपर दिते उसके मुताबिक जी ये ग्रेड है 5.44 आ गई। मान लो दूजे समैसटर के 6 आ गई, तो जी इन्होंने दोनों की कम्यूलेटिव होगी एवरेज, उन्होंने कहांगे CGPA। CGPA की फुल फॉर्म है कम्यूलेटिव ग्रेड पॉइंट एवरेज। ये जी कम्यूलेटिव है ये सारे समैसटर की कंसोलीडेटेड बनी जाती है। TGPA का मतलब है टर्म। हुण इत्थे जिहड़ा मैं रिजल्ट शो कर रहा ये उस स्टूडेंट के सिर्फ हाले तक 21 समैसटर कंप्लीट होया, दूजा हाले कंप्लीट ही नहीं होया। तो एक समैसटर की जी टर्म की ग्रेड पॉइंट एवरेज है उही वो कम्यूलेटिव ग्रेड पॉइंट एवरेज बन गई। हुण इत्थे ग्रेड पॉइंट एवरेज का भी एक फंडा है, मैं वो भी समझाउणा। जिवें इस स्टूडेंट की जी TGPA है वो है 5.44, 5.44।
5.44। ਤੇ ਜੇ ਅਗਰ ਕੋਈ ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਹੁੰਦੀ ਜਿੱਥੇ ਇਹ ਕਿਹਾ ਜਾਂਦਾ ਜੀ ਤੁਸੀਂ ਆਪਣੀ ਪਰਸੈਂਟੇਜ ਦੱਸੋ, ਸਟੂਡੈਂਟ ਕਹਿੰਦਾ ਮੇਰੀ ਗ੍ਰੇਡ 5.44 ਆ, ਉਹ ਨਹੀਂ ਗ੍ਰੇਡ ਨਹੀਂ, ਪਰਸੈਂਟੇਜ ਦੱਸੋ, ਤਾਂ ਇਹਨੂੰ ਪਰਸੈਂਟੇਜ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਦਿਸ ਇਜ਼ ਕੈਨ ਬੀ ਕਨਵਰਟਡ ਇਨਟੂ ਇਕੁਅਲੈਂਟ ਪਰਸੈਂਟੇਜ, ਇਹਨੂੰ ਆਪਾਂ ਕਹਿੰਦੇ ਆ ਇਕੁਅਲੈਂਟ ਪਰਸੈਂਟੇਜ। ਜੇ ਕਿਸੇ ਗ੍ਰੇਡ ਤੋਂ ਉਹਦੀ ਪਰਸੈਂਟੇਜ ਕੱਢਣੀ ਹੋਵੇ, ਉਹਦਾ ਜਿਹੜਾ ਫਾਰਮੂਲਾ ਆ ਯੂਨੀਵਰਸਿਟੀ ਨੇ ਮਾਰਕਸ਼ੀਟ ਦੇ ਪਿੱਛੇ ਲਿਖਿਆ ਹੁੰਦਾ ਕਿ ਇਹਨੂੰ ਮਲਟੀਪਲਾਈਡ ਬਾਈ 10 ਕਰ ਲਓ, ਯਾਨੀ ਉਹਦਾ ਜਿਹੜਾ ਮਲਟੀਪਲਾਈਂਗ ਫੈਕਟਰ ਹੈ ਉਹ 10 ਹੈ। ਤਾਂ ਜਦੋਂ ਆਪਾਂ ਗ੍ਰੇਡ ਨੂੰ 10 ਦੇ ਨਾਲ ਮਲਟੀਪਲਾਈ ਕਰਾਂਗੇ, ਜਿਵੇਂ ਇਸ ਕੇਸ ਵਿੱਚ ਆ ਗਿਆ 54.4, ਤਾਂ ਇਟ ਮੀਨਸ ਕਿ ਸਟੂਡੈਂਟ ਜਿਹੜਾ ਇਹ ਹੈ ਜਿਹਦਾ ਮੈਂ ਰਿਜ਼ਲਟ ਇਸ ਵੇਲੇ ਸਕਰੀਨ 'ਤੇ ਸ਼ੋ ਕੀਤਾ ਹੋਇਆ, ਉਹਦੀ ਜਿਹੜੀ ਪਰਸੈਂਟੇਜ ਹੈ ਉਹ ਬਣ ਗਈ 54.4। ਸਮਟਾਈਮਸ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ, ਜਿਵੇਂ ਇਹਦੇ ਮਾਰਕਸ ਦੇਖੀਏ, ਮਾਰਕਸ ਦਾ ਜੋੜ ਕਰ ਲਿਆ, ਮੰਨ ਲਓ ਮਾਰਕਸ ਦਾ ਜੋੜ ਹੈਗਾ 240 ਤੇ ਟੋਟਲ ਸਬਜੈਕਟ ਸੀਗੇ 4, 100 ਨੰਬਰ ਦੇ 400। ਜੇ ਮੈਂ ਜੋੜ ਦੇ ਮੁਤਾਬਕ ਇਹਦਾ ਪਰਸੈਂਟੇਜ ਕੱਢਾਂ ਤਾਂ ਇਟ ਬਿਕਮਸ 60%, ਯਾਨੀ ਐਬਸਲੂਟ ਪਰਸੈਂਟੇਜ ਇਹਦੀ 60% ਬਣਦੀ ਹੈ। ਲੇਕਿਨ ਜਿਹੜਾ ਰਿਲੇਟਿਵ ਮੈਥਡ ਯੂਨੀਵਰਸਿਟੀ ਵੱਲੋਂ ਯੂਜ਼ ਕੀਤਾ ਜਾਂਦਾ ਆ, ਇਹ ਇੱਕ ਇੰਟਰਨੈਸ਼ਨਲ ਸਟੈਂਡਰਡ ਹੈ, ਇਹਨੂੰ ਆਪਾਂ ਰਿਲੇਟਿਵ ਸਿਸਟਮ ਆਫ ਗ੍ਰੇਡਿੰਗ ਦੇ ਥਰੂ ਗ੍ਰੇਡਿੰਗ ਕੱਢੀ ਹੈ, ਗ੍ਰੇਡਿੰਗ ਤੋਂ ਫਿਰ ਇਹਦੀ ਇਕੁਅਲੈਂਟ ਪਰਸੈਂਟੇਜ ਬਣਾਈ ਹੈ। ਬੇਸ਼ੱਕ ਮਾਰਕਸ ਵਾਈਜ਼ ਸਟੂਡੈਂਟ ਕਹੂਗਾ ਜੀ ਮੇਰੇ ਤਾਂ 60% ਮਾਰਕਸ ਨੇ, ਐਕਚੁਅਲੀ ਫੈਕਟ ਹੈ 50% ਮਾਰਕਸ ਨੇ, ਲੇਕਿਨ ਉਸ ਫੈਕਟ ਦਾ ਕੋਈ ਪ੍ਰੂਫ ਨਹੀਂ ਹੈ। ਯੂਨੀਵਰਸਿਟੀ ਵੱਲੋਂ ਜਿਹੜੀ ਤੁਹਾਨੂੰ ਸਰਟੀਫਿਕੇਟ ਮਿਲਣਾ ਆ, ਉਹਦੇ 'ਤੇ 60% ਜਾਂ ਮਾਰਕਸ ਲਿਖੇ ਨਹੀਂ ਹੋਣਗੇ, ਉਹਦੇ 'ਤੇ ਸਿਰਫ ਆਹ ਗ੍ਰੇਡ ਲਿਖੀ ਹੋਊਗੀ। ਮੈਂ ਤੁਹਾਨੂੰ ਦਿਖਾਉਣਾ ਅੱਗੇ, ਉਹ ਗ੍ਰੇਡ ਦੇ ਨੀਚੇ ਲਿਖਿਆ ਹੋਊਗਾ ਕਿ ਇਹ ਗ੍ਰੇਡ ਦੇ ਨਾਲ ਜੇ ਤੁਸੀਂ ਇਕੁਅਲੈਂਟ ਪਰਸੈਂਟੇਜ ਕੱਢਣੀ ਹੈ ਤਾਂ ਤੁਹਾਡੀ ਜਿਹੜੀ ਪਰਸੈਂਟੇਜ ਹੈ ਗੁਣਾ 10 ਕਰੋ, then you will get the equivalent percentage relative to, with respect to your grade। ਇੱਥੇ ਇੱਕ ਚੀਜ਼ ਜ਼ਰੂਰੀ ਹੈ, ਹਾਂ ਆਹ ਪਹਿਲਾਂ ਦੇਖਿਓ, ਜਿਵੇਂ ਉਹਨੂੰ ਆਹ ਸਰਟੀਫਿਕੇਟ ਮਿਲਣਾ, ਇਹ ਮੈਂ ਕੀ ਕੀਤਾ, ਯੂਨੀਵਰਸਿਟੀ ਨੇ ਸਟੂਡੈਂਟਸ ਨੂੰ ਇੱਕ ਫੈਸਿਲਿਟੀ ਇਹ ਵੀ ਦਿੱਤੀ ਹੋਈ ਹੈ, ਜੇ ਸਟੂਡੈਂਟ ਚਾਹੇ ਆਪਣੀ ਪ੍ਰੋਵੀਜ਼ਨਲ ਅਕੈਡਮਿਕ ਟਰਾਂਸਕ੍ਰਿਪਟ ਦਾ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦਾ, ਜੇ ਉਹਨੇ ਆਪਣੇ ਕਿਸੇ ਜੌਬ ਦੇ ਪਰਪਸ ਨੂੰ ਜਾਂ ਕਿਸੇ ਨੂੰ ਪ੍ਰੂਫ ਦਿਖਾਉਣਾ ਹੋਵੇ ਕਿ ਮੈਂ ਸਮੈਸਟਰ 1 ਕਲੀਅਰ ਕਰ ਲਿਆ, ਮੇਰੇ ਇੰਨੇ ਮਾਰਕਸ ਨੇ। ਇਹ ਜਿਹੜੀ ਪ੍ਰੋਵੀਜ਼ਨਲ ਅਕੈਡਮਿਕ ਟਰਾਂਸਕ੍ਰਿਪਟ ਹੈ, ਸਟੂਡੈਂਟ ਆਪਣੀ ਈਕਨੈਕਟ ਦੇ ਵਿੱਚ ਲੌਗਇਨ ਕਰਕੇ ਡਾਊਨਲੋਡ ਕਰ ਸਕਦਾ ਹੈ। ਕਿਵੇਂ ਡਾਊਨਲੋਡ ਹੁੰਦੀ ਹੈ ਮੈਂ ਦੱਸਦਾ। ਜਦੋਂ ਡਾਊਨਲੋਡ ਹੋਊਗੀ ਤਾਂ ਉਹਦੀ PDF ਫਾਈਲ ਦਾ ਇਹ ਇੱਕ ਮੈਂ ਸਕਰੀਨਸ਼ਾਟ ਲਿਆ ਹੋਇਆ, ਇੱਥੇ ਉਹ ਦਿਖਾ ਰਿਹਾ ਉਹਦੀ ਗ੍ਰੇਡ, ਨਾਲੇ ਇਕੁਅਲੈਂਟ ਪਰਸੈਂਟੇਜ ਵੀ ਦਿਖਾ ਰਿਹਾ। ਇਹ ਹੁਣ ਹਿਡਨ ਹੈ, ਮੇਰੀ ਫੋਟੋ ਦੇ ਪਿੱਛੇ ਚਲੇਗੀ। ਚਲੋ ਨੈਕਸਟ ਗੱਲ ਆ ਜਾਂਦੀ ਹੈ ਆਹ ਕਿ ਜਿਹੜੇ ਬੱਚੇ ਸੈਸ਼ਨ 2020-21 ਦੇ ਨੇ ਜਾਂ ਉਸ ਤੋਂ ਪੁਰਾਣੇ ਨੇ ਸੈਸ਼ਨ, ਇਹ ਜਿਹੜੀ ਮੈਂ ਹੁਣ ਪ੍ਰੈਜੈਂਟੇਸ਼ਨ ਦਿਖਾ ਰਿਹਾ, ਦਿਸ ਇਜ਼ ਸਪੈਸ਼ਲੀ ਫਾਰ ਦੋਜ਼ whose session is 2021-22 ਔਰ ਉਸ ਤੋਂ ਬਾਅਦ 21-22 ਐਂਡ ਲੇਟਰ ਐਂਡ ਨਿਊਅਰ, ਇਹ ਤੋਂ ਲੇਟਰ ਵਾਲੇ, ਉਹਨਾਂ ਵਾਸਤੇ ਤਾਂ ਗ੍ਰੇਡ ਪੁਆਇੰਟ ਦਾ ਮਲਟੀਪਲਾਇਰ ਫੈਕਟਰ 10 ਹੈ। ਜਿਹੜਾ ਪਹਿਲਾ ਸਿਸਟਮ ਸੀ ਉਹਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਸੀ, ਉਹਦੇ ਵਿੱਚ ਜਿਹੜੀ ਗ੍ਰੇਡਿੰਗ ਹੈ ਉਹਦਾ ਮੈਥਡ ਡਿਫਰੈਂਟ ਸੀ। ਉਦੋਂ ਗ੍ਰੇਡਿੰਗ ਤੋਂ ਜੇ ਪਰਸੈਂਟੇਜ ਕੱਢਣੀ ਹੈ ਤਾਂ ਯੂਨੀਵਰਸਿਟੀ ਦੱਸਦੀ ਹੈ ਕਿ ਇਹਦਾ ਫੈਕਟਰ 9 ਹੈ, ਮਤਲਬ 9 ਦੇ ਨਾਲ ਮਲਟੀਪਲਾਈ ਕਰੋ ਗ੍ਰੇਡ ਨੂੰ, ਦੈਨ ਯੂ ਵਿਲ ਗੈਟ ਇਕੁਅਲੈਂਟ ਪਰਸੈਂਟੇਜ। ਤਾਂ ਕਰਕੇ ਮੈਂ ਇੱਥੇ ਲਿਖਿਆ, I want to clarify that students whose session is prior to 2020-21 ਜਾਂ 2020-21 ਉਸ ਤੋਂ ਪੁਰਾਣੇ ਸਟੂਡੈਂਟ ਨੇ, ਉਹਨਾਂ ਦੀ ਜਿਹੜੀ ਮਾਰਕਸ਼ੀਟ ਹੈ ਉਹਦੇ 'ਤੇ ਜੇ ਗ੍ਰੇਡ ਲਿਖੀ ਹੋਈ ਹੈ, ਗ੍ਰੇਡ ਤੋਂ ਪਰਸੈਂਟੇਜ ਬਣਾਉਣੀ ਹੈ ਤਾਂ ਗੁਣਾ 9 ਕਰਨੀ ਹੈ। ਜਿਨ੍ਹਾਂ ਸਟੂਡੈਂਟਸ ਦਾ ਸੈਸ਼ਨ 2021-22 ਹੈ ਜਾਂ ਉਸ ਤੋਂ ਲੇਟਰ ਨਵੇਂ ਨੇ, ਉਹਨਾਂ ਦੀ ਜਿਹੜੀ ਵੀ ਗ੍ਰੇਡ ਆਊਗੀ ਉਹਨੂੰ ਗੁਣਾ 10 ਕਰਾਂਗੇ ਤਾਂ ਉਹਦੀ ਇਕੁਅਲੈਂਟ ਪਰਸੈਂਟੇਜ ਬਣੂਗੀ। ਜਦੋਂ ਕਿਤੇ ਇੱਦਾਂ ਦੇ ਕੇਸ 'ਚ ਜ਼ਰੂਰਤ ਪੈਂਦੀ ਹੈ ਕਿ ਉਹ ਕਹਿੰਦੇ ਗ੍ਰੇਡ ਨਹੀਂ, ਸਾਨੂੰ ਪਰਸੈਂਟੇਜ ਦੱਸੋ ਕਿੰਨੀ ਹੈ।